ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਨੀ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਨੌਵਾਂ। ਪ੍ਰਾਨੀ ਨਾਰਾਇਣ ਸੁਧ ਲੇ, ਛਿਨ ਛਿਨ ਔਧ ਘਟੈ ਨਿਸ ਬਾਸੁਰ। ਬ੍ਰਿਥਾ ਜਾਤ ਹੈ ਦੇਹ, ਪ੍ਰਾਨੀ ਨਾਰਾਇਣ ਸੁਧ ਲੇ। ਛਿਨ ਛਿਨ ਔਧ ਘਟੈ ਨਿਸ ਬਾਸੁਰ, ਬ੍ਰਿਥਾ ਜਾਤ ਹੈ ਦੇਹ। ਰਹਾਉ ਤਰਨ ਆਪੋ ਬਿਖਿਅਨ ਸਿਉ ਖੋਇਓ, ਬਾਲਪਨ ਅਗਿਆਨਾ। ਬਿਰਧ ਭਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਜਾਨਾ। ਮਾਨਸ ਜਨਮ ਦਿਓ ਜਿਹ ਠਾਕੁਰ, ਸੋ ਤੈਂ ਕਿਉ ਬਿਸਰਾਇਓ। ਮੁਕਤ ਹੋਤ ਨਰ ਜਾ ਕੈ ਸਿਮਰੈ, ਨਿਮਖ ਨਾ ਤਾ ਕਉ ਗਾਇਓ। ਮਾਇਆ ਕੋ ਮਦ ਕਹਾ ਕਰਤ ਹੈ, ਸੰਗ ਨ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਮਾਇਆ ਕੋ ਮਦ ਕਹਾ ਕਰਤ ਹੈ, ਸੰਗ ਨਾ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਸਤਿਗੁਰਾਂ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰਕੇ ਸਤਿਗੁਰੂ ਦੇ ਉਪਦੇਸ਼ ਨੂੰ ਵਿਚਾਰਨ ਦਾ ਇਹ ਸਬੱਬ ਪੈਦਾ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ, ਜਿਸ ਨੂੰ ਲੜੀਵਾਰ ਵਿਚਾਰਨ ਦਾ, ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਆਪਾਂ ਇਹ ਯਤਨ ਕਰ ਰਹੇ ਹਾਂ। ਜਿਸ ਮੁਬਾਰਕ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 902 ਉੱਪਰ ਰਾਗ ਰਾਮਕਲੀ ਦੇ ਵਿੱਚ ਸਤਿਗੁਰੂ ਜੀ ਦਾ ਇਹ ਤੀਸਰਾ ਸ਼ਬਦ ਹੈ। ਰਾਮਕਲੀ ਰਾਗ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁੱਲ 3 ਸ਼ਬਦ ਦਰਜ ਹਨ। ਸਤਿਗੁਰੂ ਇਸ ਮੁਬਾਰਕ ਸ਼ਬਦ ਵਿੱਚ ਸੰਬੋਧਨ ਕਰਨ ਲਈ ਪ੍ਰਾਨੀ ਸ਼ਬਦ ਦੀ ਵਰਤੋਂ ਕਰਦੇ ਹਨ। ਜਿਉਂ-ਜਿਉਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਰਹੇ ਹਾਂ, ਸਾਡੇ ਸਾਹਮਣੇ ਸਤਿਗੁਰੂ ਦੀ ਬਾਣੀ ਦੇ ਇਹ ਅਲਫਾਜ਼ ਆਉਂਦੇ ਹਨ। ਕਿਤੇ ਸਤਿਗੁਰੂ ਮਾਨਰੇ ਕਹਿ ਕੇ, ਕਿਤੇ ਸਾਧੋ ਕਹਿ ਕੇ, ਕਿਤੇ ਮਾਈ ਸ਼ਬਦ ਕਹਿ ਕੇ, ਅਤੇ ਕਿਤੇ ਪ੍ਰਾਨੀ ਸ਼ਬਦ ਕਹਿ ਕੇ ਸਤਿਗੁਰੂ ਜੀ ਸੰਬੋਧਨ ਕਰਦੇ ਹਨ। ਹਰ ਸ਼ਬਦ ਦਾ ਆਪਣਾ ਇੱਕ ਰਸ ਹੈ ਅਤੇ ਹਰ ਇੱਕ ਸ਼ਬਦ ਦਾ ਆਪਣਾ ਇੱਕ ਭਾਵ ਹੈ। ਜਦੋਂ ਸਤਿਗੁਰੂ ਮਹਾਰਾਜ ਪ੍ਰਾਨੀ ਸ਼ਬਦ ਆਖਦੇ ਹਨ ਤਾਂ ਸਤਿਗੁਰੂ ਮਹਾਰਾਜ ਦਾ ਉਸ ਜਗ੍ਹਾ ਦੇ ਉੱਤੇ ਭਾਵ ਮਨੁੱਖ ਮਾਤਰ ਨੂੰ ਉਪਦੇਸ਼ ਦੇਣਾ ਹੁੰਦਾ ਹੈ। ਇਹ ਇੱਕ ਐਸਾ ਸਰਬ ਸਾਂਝਾ ਅਤੇ ਕਾਮਨ ਸ਼ਬਦ ਹੈ। ਮਾਨੋ
ਜੋ ਵੀ ਇਸ ਸ਼ਬਦ ਨੂੰ ਪੜ੍ਹ ਰਿਹਾ ਹੈ, ਜੋ ਵੀ ਇਸ ਸ਼ਬਦ ਨੂੰ ਗਾ ਰਿਹਾ ਹੈ, ਵਿਚਾਰ ਰਿਹਾ ਹੈ, ਸੁਣ ਰਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਪਾਵਨ ਉਪਦੇਸ਼ ਉਸ ਦੇ ਮਨ ਮਸਤਕ ਉੱਤੇ ਸਿੱਧੀ ਤਰ੍ਹਾਂ ਨਾਲ ਅਸਰ ਕਰਦਾ ਹੈ। ਪ੍ਰਾਨੀ ਸ਼ਬਦ ਤੋਂ ਭਾਵ ਹੈ ਹੇ ਮਨੁੱਖ, ਹੇ ਪ੍ਰਾਣੀ, ਹੇ ਇਨਸਾਨ। ਅਤੇ ਸਤਿਗੁਰੂ ਜੀ ਸੰਬੋਧਨ ਕਰਕੇ ਕੀ ਉਪਦੇਸ਼ ਦਿੰਦੇ ਹਨ, ਕੀ ਪ੍ਰੇਰਨਾ ਕਰਦੇ ਹਨ? ਨਾਰਾਇਣ ਸੁਧ ਲੈ। ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਅਕਾਲ ਪੁਰਖ ਦੇ ਬੋਧਕ ਬਹੁਤ ਸਾਰੇ ਸ਼ਬਦ ਵਰਤੋਂ ਦੇ ਵਿੱਚ ਲਿਆਂਦੇ ਗਏ ਨੇ। ਕੁਝ ਐਸੇ ਸ਼ਬਦ ਨੇ ਜਿਹੜੇ ਇਸਲਾਮੀ ਧਾਰਾ ਦੇ ਵਿੱਚੋਂ ਭਾਰਤ ਵਿੱਚ ਆਏ ਨੇ, ਜਿਵੇਂ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਅੱਲਾਹ, ਖੁਦਾਏ, ਪਰਵਦਗਾਰ, ਕਰੀਮ, ਰਹੀਮ ਇਤਿਆਦਿਕ ਸ਼ਬਦ। ਦੂਜੇ ਪਾਸੇ ਬਹੁਤ ਸਾਰੇ ਸ਼ਬਦ ਹਨ ਜਿਹੜੇ ਭਾਰਤੀ ਪਰੰਪਰਾ ਦੇ ਵਿੱਚ, ਲੋਕ ਬੋਲੀ ਵਿੱਚ, ਧਾਰਮਿਕ ਭਾਸ਼ਾ ਦੇ ਵਿੱਚ ਪ੍ਰਚਲਿਤ ਨੇ, ਪੁਰਾਣਕ ਕਥਾਵਾਂ ਦੇ ਵਿੱਚ ਜਾਂ ਹੋਰ ਧਾਰਮਿਕ ਸਾਹਿਤ ਵਿੱਚ ਜਿਨ੍ਹਾਂ ਦੀ ਬਹੁਲਤਾ ਹੈ। ਵੱਡੀ ਪੱਧਰ ਉੱਤੇ ਉਹ ਸ਼ਬਦ ਪੜ੍ਹੇ, ਸੁਣੇ, ਗਾਏ ਅਤੇ ਸੁਣਾਏ ਜਾਂਦੇ ਨੇ। ਉਹਨਾਂ ਵਿੱਚ ਹੈ ਰਾਮ, ਗੋਵਰਧਨ, ਰਿਖੀਕੇਸ਼, ਹਰੀ, ਨਾਰਾਇਣ, ਬੀਠਲ, ਭਗਵਾਨ, ਭਗਵੰਤ ਇਤਿਆਦਿਕ ਬਹੁਤ ਸਾਰੇ ਸ਼ਬਦ। ਪਰ ਖਿਆਲ ਰੱਖਣ ਯੋਗ ਗੱਲ ਇਹ ਹੈ ਕਿ ਇਹ ਸਾਰੇ ਸ਼ਬਦ ਤਾਂ ਬਾਰ-ਬਾਰ ਬਦਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦੇ ਨੇ, ਪਰ ਇਹਨਾਂ ਸਾਰੇ ਸ਼ਬਦਾਂ ਦਾ ਗੁਰਬਾਣੀ ਦੇ ਵਿੱਚ ਅਰਥ ਇੱਕੋ ਹੀ ਹੈ। ਉਹ ਕਿਸ ਭਾਵ ਦੇ ਵਿੱਚ ਹੈ? ਕਿਉਂਕਿ ਹੁਣ ਜੇ ਭਾਰਤੀ ਪੁਰਾਣਕ ਧਾਰਾ ਦੇ ਵਿੱਚੋਂ ਜਿਹੜੇ ਸ਼ਬਦ ਆਏ ਨੇ, ਜੇ ਉਹਨਾਂ ਨੂੰ ਉੱਥੋਂ ਪੜ੍ਹਿਆ ਜਾਏ ਤਾਂ ਉੱਥੇ ਰਾਮ ਸ਼ਬਦ ਜਿਹੜਾ ਹੈ ਉਹ ਰਾਮਾਇਣ ਦੇ ਵਿੱਚ ਇੱਕ ਦਸ਼ਰਥ ਨੰਦਨ ਅਯੁੱਧਿਆਪਤੀ, ਲੰਕਾ ਦੇ ਜੇਤੂ ਰਾਮ ਵਾਸਤੇ ਵੀ ਆਉਂਦਾ, ਜੋ ਕਿ ਇੱਕ ਸਰੀਰਕ ਰੂਪ ਵਿੱਚ ਪੈਦਾ ਹੋਏ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਇੱਥੇ ਸਤਿਗੁਰੂ ਮਹਾਰਾਜ ਨੇ ਉਦਾਹਰਣਵਤ ਰਾਮ ਸ਼ਬਦ ਉਹਨਾਂ ਪ੍ਰਥਾਏ ਵੀ ਵਰਤਿਆ ਜੋ ਰਾਮਾਇਣ ਦੇ ਨਾਇਕ ਹਨ। ਪਰ ਬਹੁਤਾਤ ਜਗ੍ਹਾ 'ਤੇ ਰਮਤ ਰਾਮ ਸਭ ਰਹਿਓ ਸਮਾਏ, ਸਰਵ ਵਿਆਪੀ ਰਾਮ ਪਰਮੇਸ਼ਰ ਲਈ ਵੀ ਸ਼ਬਦ ਵਰਤਿਆ। ਹੁਣ ਉੱਥੇ ਉਸ ਧਾਰਾ ਦੇ ਵਿੱਚ ਕ੍ਰਿਸ਼ਨ ਸ਼ਬਦ ਜਿਹੜਾ ਉਹ ਕ੍ਰਿਸ਼ਨ ਜੀ ਵਾਸਤੇ ਵੀ ਆਇਆ, ਜੋ ਕਿ ਇੱਕ ਸਰੀਰਕ ਰੂਪ ਵਿੱਚ ਇਸ ਧਰਤੀ 'ਤੇ ਪੈਦਾ ਹੋਏ, ਜਿਨ੍ਹਾਂ ਦੀ ਰਾਸ ਲੀਲਾ ਪ੍ਰਚਲਿਤ ਹੈ, ਜਿਨ੍ਹਾਂ ਨੂੰ ਗੋਵਰਧਨ ਸ਼ਬਦ ਨਾਲ ਯਾਦ ਕੀਤਾ ਜਾਂਦਾ ਹੈ ਇਤਿਆਦਿਕ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਉਸ ਉਦਾਹਰਣ ਦੇ ਨਾਲ ਕਿਸ ਕ੍ਰਿਸ਼ਨ ਨੂੰ ਭਗਵਾਨ ਜਾਂ ਪਰਮੇਸ਼ਰ ਕਿਹਾ ਗਿਆ ਹੈ, ਇਹ ਵੀ ਸਮਝਣ ਯੋਗ ਹੈ। ਸੋ ਅਸੀਂ ਇਕੱਲੇ ਸ਼ਬਦ ਦੀ ਵਿਆਖਿਆ ਕਰਨ ਦੀ ਬਜਾਏ ਇੱਕ ਮੁੱਖ ਨੁਕਤਾ ਜੇ ਧਿਆਨ ਗੋਚਰਾ ਕਰ ਲਈਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਏ ਹੋਏ ਇਹਨਾਂ ਸਾਰੇ ਨਾਵਾਂ ਦਾ ਮੁੱਖ ਭਾਵ ਸਾਡੀ ਸਮਝ ਵਿੱਚ ਆ ਜਾਂਦਾ ਹੈ। ਉਹ ਕੀ ਹੈ? ਅਸੀਂ ਜਿਸ ਵੇਲੇ ਮੰਗਲਾਚਰਨ ਪੜ੍ਹਦੇ ਹਾਂ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 4 ਰੂਪਾਂ ਵਿੱਚ ਇਹ ਮੰਗਲਾਚਰਨ ਥਾਂ ਪੁਰ ਥਾਂ ਦਰਜ ਹੈ, ਅਤੇ ਇਸ ਨੂੰ ਹਰ ਜਗ੍ਹਾ 'ਤੇ ਦਰਜ ਕਰਨ ਦਾ ਇੱਕੋ ਹੀ ਇੱਕ ਮੂਲ ਤੱਤ ਭਾਵ ਇਹ ਹੈ ਵੀ ਬਾਣੀ ਨੂੰ ਪੜ੍ਹਨ ਵਾਲਾ, ਬਾਣੀ ਨੂੰ ਸੁਣਨ ਵਾਲਾ, ਬਾਣੀ ਨੂੰ ਗਾਉਣ ਅਤੇ ਵਿਚਾਰਨ ਵਾਲਾ, ਜਿਸ ਨੇ ਗੁਰਬਾਣੀ ਨੂੰ ਸਮਝਣਾ ਹੈ, ਉਹ ਇਸ ਮੁੱਖ ਕੇਂਦਰੀ ਨੁਕਤੇ ਨੂੰ ਧਿਆਨ ਵਿੱਚ ਰੱਖੇ ਵੀ ਗੁਰਬਾਣੀ ਦੇ ਵਿੱਚ ਜਿਸ ਪਰਮੇਸ਼ਰ ਦੀ ਗੱਲ ਕੀਤੀ ਗਈ ਹੈ ਉਸ ਦਾ ਸਰੂਪ ਕੀ ਹੈ, ਉਹ ਕੌਣ ਹੈ, ਸਪਸ਼ਟ ਹੈ। ਜਦੋਂ ਅਸੀਂ ਮੰਗਲਾਚਰਨ ਨੂੰ ਪੜ੍ਹਦੇ ਹਾਂ, ਜੋ ਸਰਵਵਿਆਪੀ ਹੈ, ਜੋ ਇੱਕ ਬੱਝਵੀਂ ਸੱਤਾ ਦਾ ਪ੍ਰਤੀਕ ਹੈ, ਇੱਕ ਓੰਕਾਰ, ਸਤ ਸ਼ਬਦ ਜਿਹੜਾ ਸਦੀਵ ਕਾਲ ਜਿਸ ਦੀ ਹੋਂਦ ਹੈ, ਸਤਨਾਮ ਕਰਤਾ ਜੋ ਸਾਰੀ ਕਾਇਨਾਤ ਦਾ ਕ੍ਰੀਏਟਰ ਹੈ, ਸਿਰਜਕ ਸ਼ਕਤੀ ਹੈ, ਪੁਰਖ ਜੋ ਆਪਣੀ ਸਿਰਜਣਾ ਵਿੱਚ ਵਿਆਪਕ ਹੈ, ਨਿਰਭਉ ਜੋ ਭੈ ਤੋਂ ਰਹਿਤ ਹੈ, ਨਿਰਵੈਰ ਜੋ ਡਰ ਤੋਂ ਰਹਿਤ ਹੈ, ਕਿਸੇ ਵੀ ਤਰ੍ਹਾਂ ਦੇ ਵੈਰ ਭਾਵ ਦਾ ਉਸ ਉੱਤੇ ਪ੍ਰਭਾਵ ਨਹੀਂ, ਔਰ ਸਭ ਤੋਂ ਵੱਡੀ ਗੱਲ ਅਜੂਨੀ ਅਤੇ ਸੈਭੰ, ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਨੇ ਜਨਮ ਨਹੀਂ ਲਿਆ, ਜਿਸ ਨੂੰ ਮਰਨ ਦਾ ਖਤਰਾ ਨਹੀਂ, ਜਿਸ ਨੇ ਮਨੁੱਖੀ ਸਰੀਰ ਜਾਂ ਪਦਾਰਥ ਵਾਲੀਆਂ ਅਵਸਥਾਵਾਂ ਨਹੀਂ ਹੰਢਾਈਆਂ, ਅਤੇ ਸੈਭੰ ਜੋ ਆਪਣੇ ਆਪ ਤੋਂ ਹੈ।
ਤੋ ਇਹ ਜਿਹੜੇ ਸ਼ਬਦ ਨੇ ਜਦੋਂ ਅਸੀਂ ਇਹ ਧਿਆਨ ਵਿੱਚ ਰੱਖਾਂਗੇ ਤਾਂ ਗੁਰਬਾਣੀ ਵਿੱਚ ਆਏ ਵੱਖਰੇ ਵੱਖਰੇ ਸ਼ਬਦ ਇਹਨਾਂ ਦਾ ਭਾਵ ਸਮਝਣ ਵਿੱਚ ਸਾਨੂੰ ਔਂਕੜ ਜਾਂ ਮੁਸ਼ਕਲ ਨਹੀਂ ਆਵੇਗੀ। ਗੁਰੂ ਤੇਗ ਬਹਾਦਰ ਮਹਾਰਾਜ ਇਸ ਮੁਬਾਰਕ ਸ਼ਬਦ ਵਿੱਚ ਨਾਰਾਇਣ ਸ਼ਬਦ ਵਰਤਦੇ ਨੇ। ਪ੍ਰਾਨੀ ਨਾਰਾਇਣ ਸੁਧ ਲੇ, ਭਾਵ ਉਹ ਕਰਤਾ, ਉਹ ਸਿਰਜਕ ਸ਼ਕਤੀ, ਉਹ ਸਾਨੂੰ ਪੈਦਾ ਕਰਨ ਵਾਲਾ ਸਰਵ ਵਿਆਪੀ ਅਕਾਲ ਪੁਰਖ। ਹੇ ਮਨੁੱਖ ਉਸ ਦੀ ਸੁਧ ਲੈ। ਸੁਧ ਦਾ ਮਤਲਬ ਹੁੰਦਾ ਹੈ ਖਬਰ ਰੱਖ। ਖਬਰ ਆਮ ਸਾਡੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ਵੀ ਸੁਧ ਰੱਖ, ਖਬਰ ਰੱਖ। ਇਹਨੂੰ ਇੱਕ ਬਾਣੀ ਵਿੱਚ ਹੋਰ ਸ਼ਬਦ ਵੀ ਹੈ ਸੋਏ, ਤਿਸ ਕੀ ਸੋਏ ਸੁਣੀ ਮਨ ਹਰਿਆ। ਸੋਏ ਦਾ ਮਤਲਬ ਵੀ ਖਬਰ ਹੈ, ਕਿਸੇ ਗੱਲ ਬਾਰੇ ਜਾਣਨਾ। ਤੋ ਇੱਥੇ ਮਹਾਰਾਜ ਪ੍ਰੇਰਨਾ ਕਰ ਰਹੇ ਨੇ, ਹੇ ਮਨੁੱਖ, ਹੇ ਇਨਸਾਨ, ਆਪਣੇ ਪਰਮੇਸ਼ਰ ਦੀ ਸੁਧ ਰੱਖ, ਆਪਣੇ ਪਰਮੇਸ਼ਰ ਦਾ ਧਿਆਨ ਕਰ, ਚਿੰਤਨ ਕਰ, ਉਸ ਦੇ ਹੋਣ ਦਾ ਅਹਿਸਾਸ ਰੱਖ, ਉਸ ਦੇ ਗੁਣਾਂ ਨਾਲ ਜੁੜ। ਫਿਰ ਆਖਦੇ ਨੇ ਖਿਆਲ ਵਿੱਚ ਰੱਖ, ਤੂੰ ਭਰਮ ਵਿੱਚ ਭੁੱਲਿਆ ਹੋਇਆ ਆਪਣੇ ਮੂਲ ਸੋਮੇ ਸਿਰਜਕ ਸ਼ਕਤੀ ਨਾਲੋਂ ਟੁੱਟ ਕੇ ਜਿਹੜੇ ਵਿਸ਼ਿਆਂ ਵਿੱਚ ਅਤੇ ਬਦੀਆਂ ਵਿੱਚ ਗਲਤਾਨ ਹੁੰਦਾ ਹੈ, ਅਤੇ ਫਿਰ ਤੂੰ ਇਹ ਭੁੱਲ ਜਾਂਦਾ ਵੀ ਛਿਨ ਛਿਨ ਔਧ ਘਟੈ ਨਿਸ ਬਾਸੁਰ। ਛਿਨ ਛਿਨ ਦਾ ਮਤਲਬ ਹੈ ਥੋੜ੍ਹਾ ਥੋੜ੍ਹਾ ਕਰਕੇ ਵਕਤ ਜਿਹੜਾ ਜ਼ਿੰਦਗੀ ਦਾ ਉਹ ਗੁਜ਼ਰਦਾ ਜਾ ਰਿਹਾ ਹੈ। ਆਪਾਂ ਆਮ ਰੂਪ ਵਿੱਚ ਵੇਖੀਏ, ਉਮਰ ਦੇ ਜਿਸ ਜਿਸ ਪੜਾਅ ਦੇ ਉੱਤੇ ਅਸੀਂ ਪਹੁੰਚੇ ਹਾਂ, ਕਿਸੇ ਵੀ ਮਨੁੱਖ ਨੂੰ ਪੁੱਛਿਆ ਜਾਏ ਤੇਰੀ ਔਧ, ਤੇਰੀ ਉਮਰ ਕਿਤਨੀ ਹੈ, ਤਾਂ ਕੋਈ ਮਨੁੱਖ ਆਪਣੀ ਜ਼ਿੰਦਗੀ ਦੇ ਜਿੰਨੇ ਸਾਲ ਹੰਢਾ ਚੁੱਕਿਆ ਉਹ ਦੱਸਦਾ ਹੈ ਕਿ ਮੈਂ 30 ਸਾਲ ਦਾ ਹਾਂ, ਮੈਂ 40 ਸਾਲ ਦਾ ਹਾਂ, ਮੈਂ 50 ਸਾਲਾਂ ਦਾ ਹੋ ਗਿਆ। ਇਹਦਾ ਮਤਲਬ ਜੋ ਵਕਤ ਜਿੰਨਾ ਅਸੀਂ ਦੱਸਦੇ ਹਾਂ ਉਹ ਸਾਡੀ ਜ਼ਿੰਦਗੀ ਵਿੱਚੋਂ ਲੈਸ ਹੋ ਗਿਆ, ਖਤਮ ਹੋ ਗਿਆ, ਉਹ ਅਸੀਂ ਹੰਢਾ ਚੁੱਕੇ, ਉਹ ਗੁਜ਼ਰ ਚੁੱਕਿਆ, ਉਹ ਦੁਬਾਰਾ ਨਹੀਂ ਆਏਗਾ। ਅਗੇਰੇ ਸਾਡੇ ਕੋਲ ਕਿੰਨਾ ਵਕਤ ਹੈ ਇਹਦਾ ਕੋਈ ਦਾਅਵਾ ਨਹੀਂ, ਇਸ ਦਾ ਕੋਈ ਪਰਮਾਨੈਂਟਲੀ ਅਸੀਂ ਪੱਕਾ ਨਹੀਂ ਕਹਿ ਸਕਦੇ ਵੀ ਹਾਂ ਇੰਨਾ ਵਕਤ ਸਾਡੇ ਕੋਲ ਹੈ। ਇਹ ਭਵਿੱਖ 'ਤੇ ਟਿਕੀ ਹੋਈ ਗੱਲ ਹੈ। ਜੀਵਨ ਦੀ ਇੱਛਾ ਤਾਂ ਹਰ ਇੱਕ ਮਨੁੱਖ ਦੇ ਅੰਦਰ ਹੈ, ਪਰ ਦਾਅਵਾ ਕੋਈ ਨਹੀਂ ਵੀ ਕਿੰਨਾ ਵਕਤ ਅਸੀਂ ਜੀ ਪਾਵਾਂਗੇ, ਕਿੰਨਾ ਵਕਤ ਅਸੀਂ ਜਿਉਂਦੇ ਰਹਾਂਗੇ। ਸਤਿਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਇਹੀ ਰੀਅਲਾਈਜ਼ ਕਰਾਇਆ, ਚੇਤੇ ਕਰਾਇਆ, ਅਹਿਸਾਸ ਕਰਾਇਆ ਵੀ ਵੇਖ ਉਮਰ ਦਾ ਜਿਹੜਾ ਸਮਾਂ ਹੈ, ਵਕਤ ਹੈ, ਉਹ ਬੀਤਦਾ ਤੁਰਿਆ ਜਾ ਰਿਹਾ। ਇਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪੰਚਮ ਗੁਰੂਦੇਵ ਕਹਿੰਦੇ ਨੇ ਔਧ ਘਟੈ ਦਿਨ ਸਰੈਣਾਰੇ। ਦਿਨ ਤੇ ਰੈਣ ਕਰਕੇ ਮਹਾਰਾਜ ਕਹਿੰਦੇ ਨੇ ਔਧ ਘਟੈ, ਉਮਰ ਦਾ ਵਕਤ ਗੁਜ਼ਰ ਰਿਹਾ। ਜਿਹੜਾ ਸਮਾਂ ਹੈ ਇਹ ਸਮਝੋ ਵੀ ਜਿਉਂ-ਜਿਉਂ ਘੜੀ ਅੱਗੇ ਜਾ ਰਹੀ ਹੈ, ਘੜੀ ਤਾਂ ਇੱਕ ਮਾਪਣ ਦਾ ਯੰਤਰ ਹੈ ਸਮੇਂ ਨੂੰ, ਜਿਉਂ-ਜਿਉਂ ਦਿਨ ਰਾਤ ਕਰਕੇ ਵਕਤ ਗੁਜ਼ਰਦਾ ਹੈ ਤਿਉਂ-ਤਿਉਂ ਸਾਡੀ ਜ਼ਿੰਦਗੀ, ਸਾਡਾ ਇਹ ਸਰੀਰ ਪੁਰਾਣਾ ਹੁੰਦਾ ਜਾਂਦਾ, ਇਹ ਆਪਣੇ ਓੜਕ ਨੂੰ ਪਹੁੰਚ ਰਿਹਾ। ਅਸੀਂ ਉਸ ਪਲ ਦੇ ਨੇੜੇ ਤੁਰੇ ਜਾ ਰਹੇ ਹਾਂ ਜਿਸ ਪਲ ਵਿੱਚ ਸਾਡੇ ਸਾਹ ਸਾਡੇ ਸਰੀਰ ਦਾ ਸਾਥ ਛੱਡ ਜਾਣਗੇ। ਤੋ ਮਹਾਰਾਜ ਕਹਿੰਦੇ ਨੇ ਇਸ ਗੱਲ ਦਾ ਅਹਿਸਾਸ, ਇੱਥੇ ਕੋਈ ਭਾਵ ਮਹਾਰਾਜ ਦਾ ਆਮ ਤੌਰ 'ਤੇ 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਮੌਤ ਦੇ ਪ੍ਰਥਾਏ ਬਹੁਤ ਜ਼ਿਆਦਾ ਜ਼ਿਕਰ ਮਿਲਦਾ ਹੈ, ਅਤੇ ਗੁਰੂ ਸਾਹਿਬ ਜੀ ਦੇ ਐਸੇ ਬਚਨਾਂ ਨੂੰ ਪੜ੍ਹ ਕੇ ਕਈ ਲੋਕ ਇਹ ਕਥਨ ਕਰਦੇ ਨੇ ਕਿ 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਦੂਸਰੇ ਮਹਾਂਪੁਰਖਾਂ ਨਾਲੋਂ ਵਧੇਕ ਬੈਰਾਗ ਹੈ। ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇੱਕ ਵੈਰਾਗੀ ਦੇ ਤੌਰ ਦੇ ਉੱਤੇ ਪੇਸ਼ਕਾਰੀ ਕਰਦੇ ਨੇ। ਹਾਲਾਂਕਿ ਗੁਰਬਾਣੀ ਵਿੱਚ ਵੈਰਾਗ ਨੂੰ ਇੱਕ ਵੱਖਰੇ ਨੁਕਤਾ ਨਿਗਾਹ ਤੋਂ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਕੋਈ ਐਸੇ ਵੈਰਾਗੀ ਨਹੀਂ ਜਿਵੇਂ ਭਾਰਤ ਵਿੱਚ ਇੱਕ ਵੈਰਾਗੀਆਂ ਦਾ ਫਿਰਕਾ ਹੈ ਜਿਹੜਾ ਜਗਤ ਨੂੰ ਮਿਥਿਆ ਕਹਿ ਕੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਕੰਡ ਮੋੜ ਲੈਂਦਾ, ਪਿੱਠ ਦੇ ਲੈਂਦਾ। ਗੁਰਮਤਿ ਦਾ ਵੈਰਾਗ ਕੁਝ ਵੱਖਰੀ ਕਿਸਮ ਦਾ ਹੈ। ਇੱਥੇ ਵੈਰਾਗ ਤੋਂ ਭਾਵ ਹੈ ਸਨੇਹ ਰੱਖਣਾ, ਪ੍ਰੇਮ ਰੱਖਣਾ, ਔਰ ਪ੍ਰੇਮ ਹੈ ਜਗਤ ਦੀ ਵਿਦਤ ਸੱਚਾਈ ਦੇ ਉੱਤੇ, ਸੱਚ ਦੇ ਉੱਤੇ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਇਸ ਬਚਨ ਵਿੱਚ ਰਹਿਮਤ ਕਰਦੇ ਹਨ ਕਿ ਹੇ ਭਾਈ, ਛਿਨ ਛਿਨ ਕਰਕੇ ਜੀਵਨ ਦਾ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ, ਨਿਸ ਬਾਸੁਰ ਦਿਨ ਰਾਤ ਕਰਕੇ, ਬ੍ਰਿਥਾ ਜਾਤ ਹੈ ਦੇ। ਬ੍ਰਿਥਾ ਦਾ ਮਤਲਬ ਹੈ ਵਿਅਰਥ ਗੁਜ਼ਰਦੀ ਹੈ। ਦੇਹੀ ਤੋਂ ਭਾਵ ਹੈ ਸਰੀਰ, ਸਰੀਰ ਤੋਂ ਭਾਵ ਉਮਰਾਂ, ਜ਼ਿੰਦਗੀ, ਲਾਈਫ ਟਾਈਮ। ਸਤਿਗੁਰੂ ਆਖਦੇ ਨੇ ਇਹ ਜੀਵਨ ਤੇਰਾ ਪਰਮੇਸ਼ਰ ਦੀ ਸੁੱਧ ਤੇ ਖਬਰ ਤੋਂ ਬਿਨਾਂ ਵਿਅਰਥ ਗੁਜ਼ਰ ਰਿਹਾ ਹੈ, ਅਜਾਈ ਜਾ ਰਿਹਾ ਹੈ। ਕੋਈ ਵੀ ਚੀਜ਼ ਸੰਸਾਰ ਦੀ, ਕੋਈ ਪਦਾਰਥ, ਕੋਈ ਵਸਤੂ, ਜਿਸ ਕਾਰਜ ਲਈ ਅਸੀਂ ਉਸ ਨੂੰ ਖਰੀਦਦੇ ਹਾਂ, ਸਾਂਭਦੇ ਹਾਂ,
ਜੇ ਉਹ ਆਪਣੇ ਗੁਣਾਂ ਦੇ ਅਨੁਕੂਲ ਸਾਨੂੰ ਲਾਭ ਨਾ ਦਿੰਦੀ ਹੋਵੇ ਤਾਂ ਸਾਡੇ ਵਾਸਤੇ ਉਹ ਵਿਅਰਥ ਹੁੰਦੀ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਉਦਾਹਰਣ 12 ਮਾਹ ਮਾਝ ਦੇ ਵਿੱਚ ਵਰਤੀ ਹੈ। ਸਤਿਗੁਰੂ ਮਹਾਰਾਜ 12 ਮਾਹ ਦੇ ਪਹਿਲੇ ਪਦੇ ਵਿੱਚ ਆਖਦੇ ਨੇ, ਧੇਨ ਦੁੱਧੈ ਤੇ ਬਾਹਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਹਜ਼ੂਰ ਦਾ ਕਹਿਣਾ ਹੈ, ਜਿਵੇਂ ਕੋਈ ਦੁੱਧ ਦੀ ਪ੍ਰਾਪਤੀ ਵਾਸਤੇ ਪਸ਼ੂ ਪਾਲਦਾ ਹੈ, ਪਰ ਜੇ ਉਸ ਦੇ ਅਨੁਕੂਲ ਉਸ ਨੂੰ ਲਾਭ ਨਾ ਹੋਏ ਤਾਂ ਉਹ ਪਸ਼ੂ ਉਸ ਉੱਤੇ ਬੋਝ ਬਣ ਜਾਂਦਾ ਹੈ, ਉਸ ਨੂੰ ਪਾਲਣਾ ਤਾਂ ਪੈਂਦਾ ਹੈ ਪਰ ਪ੍ਰਾਪਤੀ ਕੋਈ ਨਹੀਂ। ਠੀਕ ਇਸੇ ਢੰਗ ਦੇ ਨਾਲ ਐਸਾ ਮਨੁੱਖੀ ਜੀਵਨ ਜਿਸ ਕੋਲੋਂ ਮਨੁੱਖੀ ਗੁਣਾਂ ਦੀ ਉਮੀਦ ਅਤੇ ਆਸ ਨਾ ਹੋਵੇ, ਉਹ ਖੁਦ ਵੀ ਆਪਣੇ ਆਪ ਉੱਤੇ ਬੋਝ ਹੁੰਦਾ ਹੈ ਅਤੇ ਆਲੇ ਦੁਆਲੇ ਉੱਤੇ ਵੀ ਇੱਕ ਭਾਰ ਦੀ ਤਰ੍ਹਾਂ ਹੁੰਦਾ ਹੈ। ਸ਼ਾਇਦ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਆਮ ਆਪਾਂ ਸੰਸਾਰ ਦੀ ਇੱਕ ਉਦਾਹਰਣ ਵਰਤਦੇ ਹਾਂ। ਘਰ ਵਿੱਚ ਕੋਈ ਬੱਚਾ ਹੈ, ਮਾਂ ਬਾਪ ਉਸ ਨੂੰ ਜਨਮ ਦੇ ਕੇ ਪਾਲਦੇ ਹਨ, ਦੁਨੀਆ ਦੀ ਤਾਲੀਮ ਦਿੰਦੇ ਹਨ, ਉਸ ਨੂੰ ਹਰ ਸੁੱਖ ਸੁਵਿਧਾ ਅਤੇ ਸਹੂਲਤ ਪ੍ਰਦਾਨ ਕਰਦੇ ਨੇ। ਜੇ ਬਹੁਤਾ ਲਾਭ ਦੇਣ ਦੀ ਬਜਾਏ ਕਿਸੇ ਪਰਿਵਾਰ ਦਾ ਬੱਚਾ ਮਾਂ ਬਾਪ ਦੇ ਉੱਤੇ ਹੋਰ ਬੋਝ ਬਣ ਜਾਏ, ਭਾਵ ਇਸ ਕਿਸਮ ਦੇ ਸੁਭਾਅ ਦਾ ਹੋਵੇ ਕਿ ਮਾਂ ਬਾਪ ਨੂੰ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਅਤੇ ਦੁਸ਼ਵਾਰੀਆਂ ਦੇ ਵਿੱਚ ਪਾ ਦੇਵੇ, ਤਾਂ ਅਕਸਰ ਕਈ ਵਾਰ ਮਾਂ ਬਾਪ ਕਹਿ ਦਿੰਦੇ ਨੇ ਵੀ ਇਹ ਸਾਡੇ 'ਤੇ ਬੋਝ ਬਣ ਗਿਆ, ਇਹ ਸਾਨੂੰ ਦੁੱਖ ਦੇ ਰਿਹਾ ਹੈ, ਇਹਦੇ ਹੋਣ ਜਾਂ ਨਾ ਹੋਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ। ਇਹ ਸ਼ਬਦ ਉਸ ਦੁੱਖ ਦੀ ਅਵਸਥਾ ਵਿੱਚੋਂ ਨਿਕਲਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਵੀ ਕੋਈ ਸੁੱਖ ਦੇਣ ਦੀ ਬਜਾਏ, ਕੋਈ ਰਿਸਪੈਕਟ ਸਤਿਕਾਰ ਦੇਣ ਦੀ ਬਜਾਏ ਉਲਟਾ ਸਾਡੀ ਸਤਿਕਾਰ ਦੀ ਹਾਨੀ ਵੀ ਕਰ ਰਿਹਾ, ਅਤੇ ਕੋਈ ਸੁੱਖ ਦੇਣ ਦੀ ਬਜਾਏ ਉਲਟਾ ਸਾਡੇ ਦੁੱਖਾਂ ਦਾ ਕਾਰਨ ਅਤੇ ਵਜ੍ਹਾ ਬਣਦਾ ਜਾ ਰਿਹਾ। ਇਸ ਲਈ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹ ਸ਼ਬਦ ਵਰਤਿਆ ਕਿ ਉਹ ਜੀਵਨ, ਜਿਸ ਜੀਵਨ ਨੂੰ ਅਸੀਂ ਮਨੁੱਖੀ ਜੀਵਨ ਕਹਿੰਦੇ ਹਾਂ, ਜੇ ਉਹ ਮਨੁੱਖੀ ਗੁਣਾਂ ਤੋਂ ਮਹਿਰੂਮ ਅਤੇ ਵਾਂਝਾ ਹੈ, ਅਤੇ ਉਹ ਮਨੁੱਖੀ ਗੁਣਾਂ ਤੋਂ ਮਹਿਰੂਮ ਅਤੇ ਵਾਂਝਾ ਹੈ ਅਤੇ ਇਸ ਕਰਕੇ ਉਹ ਇੱਕ ਬੋਝ ਦੀ ਨਹੀਂ, ਵਿਅਰਥ ਹੈ, ਅਕਾਰਤ ਹੈ। ਇਸ ਨੂੰ ਮਹਾਰਾਜ ਨੇ ਸ਼ਲੋਕਾਂ ਵਿੱਚ ਵੀ ਜਨਮ ਅਕਾਰਤ ਕੀਨ ਲਿਖਿਆ। ਪਰ ਜਨਮ ਅਕਾਰਤ ਕਦੋਂ ਹੁੰਦਾ ਹੈ? ਗੁਣ ਗੋਬਿੰਦ ਗਾਇਓ ਨਹੀਂ, ਜਦੋਂ ਅਸੀਂ ਰੱਬੀ ਪਰਮੇਸ਼ਰੀ ਗੁਣਾਂ ਨਾਲੋਂ ਟੁੱਟ ਜਾਂਦੇ ਹਾਂ। ਤੋ ਸਤਿਗੁਰੂ ਫਰਮਾਉਂਦੇ ਨੇ, ਤਰਨਾਪੋ ਵਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ। ਤਰਨਾਪੋ ਦਾ ਮਤਲਬ ਹੈ ਤਰਨ ਅਵਸਥਾ, ਜਵਾਨੀ ਦੀ ਅਵਸਥਾ। ਜਵਾਨੀ ਦੀ ਅਵਸਥਾ ਸਤਿਗੁਰੂ ਆਖਦੇ ਨੇ, ਹੇ ਮਨੁੱਖ ਸਮਝ ਵੀ ਤੂੰ ਵਿਖਿਅਨ ਵਿੱਚ, ਵਿਖਿਅਨ ਕਹਿੰਦੇ ਨੇ ਵਿਸ਼ਿਆਂ ਨੂੰ, ਵਿਕਾਰਾਂ ਨੂੰ, ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗ੍ਰਸਤ ਹੋ ਕੇ ਆਪਣੀ ਜ਼ਿੰਦਗੀ ਨੂੰ ਦੁੱਖਦਾਈ ਅਤੇ ਅਪਾਹਜ ਕਰ ਲੈਣਾ। ਬਦੀ ਵਿੱਚ ਮੁਬਤਲਾ ਹੋ ਕੇ ਜਿਹੜੀ ਚੀਜ਼ ਜੀਵਨ ਵਾਸਤੇ ਤਕਲੀਫ ਦੇ ਬਣ ਜਾਏ, ਜੀਵਨ ਦਾ ਆਨੰਦ ਖਤਮ ਕਰ ਦੇਵੇ, ਮਨੁੱਖੀ ਗੁਣਾਂ ਤੋਂ ਸਾਨੂੰ ਵਾਂਝਿਆਂ ਕਰ ਦੇਵੇ, ਜਿਹੜੀ ਸਾਡੇ ਆਪਣੇ ਲਈ ਔਰ ਦੂਸਰਿਆਂ ਲਈ ਦੁੱਖ ਦਾ ਸਬੱਬ ਬਣ ਜਾਏ, ਉਹ ਵਿਖਿਅਨ ਹੈ। ਵਿਖਿਅਨ ਦੀ ਬੜੀ ਵੱਡੀ ਚੌੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੋ ਸਕਦੀ ਹੈ। ਸਤਿਗੁਰੂ ਜੀ ਇੱਥੇ ਕੇਵਲ ਸੰਖੇਪ ਰੂਪ ਵਿੱਚ ਦੱਸ ਰਹੇ ਨੇ, ਹੇ ਮਨੁੱਖ, ਹੇ ਇਨਸਾਨ, ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖ। ਤਰਨ ਆਪੋ ਵਿਖਿਅਨ ਸਿਉ ਖੋਇਓ। ਜਵਾਨੀ ਦੀ ਅਵਸਥਾ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਕਰ ਲਈ। ਜਿਉਂ ਹੀ ਹਾਰਮੋਨ ਚੇਂਜ ਹੁੰਦੇ ਨੇ, ਅਸੀਂ ਬਚਪਨੇ ਤੋਂ ਜਵਾਨੀ ਵਾਲੇ ਪਾਸੇ ਨੂੰ ਕਦਮ ਪੁੱਟਦੇ ਹਾਂ। ਜੋਸ਼ ਸਿਖਰਾਂ ਦੇ ਉੱਤੇ ਹੁੰਦਾ ਹੈ, ਹੋਸ਼ ਦੀ ਕਮੀ ਹੁੰਦੀ ਹੈ। ਬਹੁਤ ਕੁਝ ਜੀਵਨ ਵਿੱਚ ਸਿੱਖਣ ਸਿਖਾਉਣ ਵਾਲਾ ਹੁੰਦਾ ਹੈ, ਨਵੀਆਂ ਉਮੰਗਾਂ ਅਤੇ ਤਾਂਘਾਂ ਹੁੰਦੀਆਂ ਨੇ। ਇਹ ਇੱਕ ਐਸਾ ਪੜਾਅ ਹੁੰਦਾ ਹੈ ਉਮਰ ਦਾ, ਜਿੱਥੇ ਆ ਕੇ ਜੇ ਸਹੀ ਸੇਧ ਮਨੁੱਖੀ ਜੀਵਨ ਨੂੰ ਨਾ ਮਿਲੇ ਅਤੇ ਕਈ ਵਾਰ ਜ਼ਿੰਦਗੀ ਦੇ ਪੈਂਡੇ ਦੇ ਵਿੱਚ ਤੁਰਦਿਆਂ ਹੋਇਆਂ ਕਦਮ ਐਸੇ ਥਿੜਕਦੇ ਨੇ, ਬਹੁਤ ਵੱਡੀਆਂ ਮੁਸ਼ਕਲਾਂ ਜੀਵਨ ਦੇ ਵਿੱਚ ਦੁਸ਼ਵਾਰੀਆਂ ਝੱਲਣੀਆਂ ਪੈ ਜਾਂਦੀਆਂ ਨੇ। ਇਸੇ ਕਰਕੇ ਸਿਆਣੇ ਲੋਕ ਇਸ ਉਮਰ ਦੇ ਵਿੱਚ ਆਪਣੇ ਬੱਚਿਆਂ ਨੂੰ ਚੰਗੀ ਸੇਧ ਦਿੰਦੇ ਨੇ, ਕੋਸ਼ਿਸ਼ ਕਰਦੇ ਨੇ ਵੀ ਉਹ ਥਿੜਕਣ ਨਾ, ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ, ਪਰਵਰਿਸ਼ ਕੀਤੀ ਜਾਂਦੀ ਹੈ। ਇਹ ਠੀਕ ਹੈ, ਹਰ ਇੱਕ ਮਨੁੱਖ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਆਜ਼ਾਦੀ ਨਾਲ ਜੀਣਾ ਚਾਹੁੰਦਾ ਹੈ।
ਪਰ ਕਈ ਵਾਰ ਸਾਨੂੰ ਆਜ਼ਾਦੀ ਦੇ ਵੀ ਬੜੇ ਸੰਖੇਪ ਜਿਹੇ ਅਰਥ ਹੀ ਪਤਾ ਹੁੰਦੇ ਨੇ। ਅਸੀਂ ਸੋਚਦੇ ਹਾਂ ਜੋ ਸਾਡੇ ਦਿਲ ਦਿਮਾਗ ਵਿੱਚ ਆਉਂਦਾ ਹੈ, ਜੋ ਵੀ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ, ਉਹਦੀ ਪੂਰਤੀ ਕਰਨਾ ਹੀ ਸਾਡੇ ਵਾਸਤੇ ਆਜ਼ਾਦੀ ਹੈ। ਪਰ ਜੇ ਇਸ ਖਿਆਲ ਨੂੰ ਹੋਰ ਗਹਿਰੇ ਤਲ ਉੱਤੇ ਸਮਝੀਏ ਕਿ ਨਹੀਂ, ਸਾਡੀ ਜ਼ਿੰਦਗੀ ਦੀ ਆਜ਼ਾਦੀ ਅਤੇ ਅਧਿਕਾਰਾਂ ਦੀ ਵੀ ਇੱਕ ਸੀਮਾ ਅਤੇ ਇੱਕ ਹੱਦ ਹੈ। ਹੁਣ ਕੋਈ ਮਨੁੱਖ, ਉਹਦੇ ਮਨ ਵਿੱਚ ਖਿਆਲ ਹੈ ਕਿ ਮੈਂ ਜੋ ਚਾਹਾਂ ਬੋਲ ਸਕਦਾ ਹਾਂ, ਪਰ ਉਸ ਨੂੰ ਇਹ ਤਾਂ ਅਧਿਕਾਰ ਹੈ ਵੀ ਉਹ ਬੋਲੇ, ਪਰ ਇਹ ਅਧਿਕਾਰ ਨਹੀਂ ਕਿ ਉਹ ਕਿਸੇ ਮਨੁੱਖ ਦੀ ਸ਼ਾਨ, ਕਿਸੇ ਮਨੁੱਖ ਦੀ ਇੱਜ਼ਤ ਦੇ ਖਿਲਾਫ ਬੋਲੇ। ਇਸੇ ਤਰ੍ਹਾਂ ਕਿਸੇ ਮਨੁੱਖ ਨੂੰ ਅਧਿਕਾਰ ਹੈ ਕਿ ਉਹ ਕੁਝ ਖਾਵੇ, ਪਰ ਉਸ ਨੂੰ ਖਾਣ ਵਾਸਤੇ ਵੀ ਇੱਕ ਹੱਦ ਵਿੱਚ ਰਹਿਣਾ ਪਏਗਾ ਵੀ ਉਸ ਦੇ ਸਰੀਰ ਨੂੰ ਕਿੰਨਾ ਕੁ ਕੋਈ ਚੀਜ਼ ਪਾਉਂਦੀ ਅਤੇ ਸੁਖਾਉਂਦੀ ਹੈ, ਪਹਿਨਣਾ ਉਸ ਦੇ ਸਰੀਰ ਨੂੰ ਕਿਹੜਾ ਸਹੀ ਲੱਗੇ ਹੈ, ਜਾਂ ਜੋ ਉਸਨੇ ਖਾਣਾ ਉਹ ਕਿਸੇ ਦਾ ਹੱਕ ਮਾਰ ਕੇ ਤਾਂ ਨਹੀਂ ਖਾ ਰਿਹਾ। ਇਹ ਵੀ ਹੱਕ ਨੇ, ਅਧਿਕਾਰ ਨੇ। ਤੋ ਸਾਹਿਬ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਵੀ ਜਦੋਂ ਇਹ ਜ਼ਿੰਦਗੀ ਦਾ ਪੜਾਅ ਆਇਆ ਤੇ ਹੇ ਮਨੁੱਖ ਤੂੰ ਇਸ ਨੂੰ ਵਿਕਸ਼ਿਆਂ ਵਿੱਚ, ਵਿਕਾਰਾਂ ਵਿੱਚ ਗਲਤਾਨ ਕਰ ਲਿਆ। ਬਾਲਪਨ ਅਗਿਆਨਾ, ਅਤੇ ਜਿਹੜੀ ਇਸ ਤੋਂ ਪਹਿਲਾਂ ਬਚਪਨ ਦੀ ਅਵਸਥਾ ਸੀ ਉਹ ਤੇਰੀ ਬੇਸਮਝੀ ਵਿੱਚ ਗੁਜ਼ਰ ਗਈ। ਸਿੱਖਦਿਆਂ, ਗ੍ਰਹਿਣ ਕਰਦਿਆਂ, ਤੈਨੂੰ ਦੱਸਦਿਆਂ ਜ਼ਿੰਦਗੀ ਦਾ ਇਹ ਪੜਾਅ ਜਿਹੜਾ ਸੀ ਉਹ ਵੀ ਗੁਜ਼ਰ ਗਿਆ। ਉਦੋਂ ਤੂੰ ਅਭੋਲ ਸੀ, ਬੇਸਮਝ, ਅਣਜਾਣ ਬਾਲ ਸੀ। ਫਿਰ ਆਖਦੇ ਨੇ ਬਿਰਧ ਭਇਓ ਅਜਹੂ ਨਹੀਂ ਸਮਝੈ। ਬਿਰਧ ਭਾਵ ਬੁਢੇਪੇ ਦੀ ਅਵਸਥਾ ਆ ਗਈ, ਅਤੇ ਹੁਣ ਬਿਰਧ ਅਵਸਥਾ ਵਿੱਚ ਆ ਕੇ ਵੀ ਤੈਨੂੰ ਸਮਝ ਨਹੀਂ ਪੈ ਰਹੀ। ਇਸ ਕਰਕੇ ਕੀ ਹੋ ਰਿਹਾ ਵੀ ਕੌਣ ਕੁਮਤ ਉਰਜਾਨਾ, ਤੂੰ ਕਿਹੜੀ ਕੁਮਤੇ ਲੱਗਾ ਹੋਇਆ ਹੈ, ਕਿਹੜੀ ਭੈੜੀ ਮੱਤ ਵਿੱਚ ਉਲਝਿਆ ਹੋਇਆ ਹੈ। ਹੁਣ ਤੇਰੀ ਬਿਰਧ ਅਵਸਥਾ ਵੀ ਅਜਾਈ ਜਾ ਰਹੀ, ਕਾਰਨ ਬਚਪਨਾ ਮੁੱਢ ਜੈਸਾ ਵੱਜ ਗਿਆ। ਜਵਾਨੀ ਦੇ ਵਿੱਚ ਜਿਹੋ ਜਿਹੇ ਕਰਮਾਂ ਦੀ ਲੱਤ ਰਹੀ ਹੈ, ਇੱਕ ਲੰਮਾ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਇੱਕ ਸੁਭਾਅ ਸੰਸਕਾਰ ਪੱਕ ਗਏ ਹਨ। ਫਿਰ ਵਿਰਲੇ ਮਨੁੱਖ ਹੁੰਦੇ ਨੇ। ਐਸਾ ਨਹੀਂ ਕਿ ਮਨੁੱਖ ਆਪਣੇ ਜੀਵਨ ਨੂੰ ਮੋੜਾ ਨਹੀਂ ਦੇ ਸਕਦਾ, ਦੇ ਸਕਦਾ ਹੈ, ਪਰ ਜਿੰਨੀ ਕੋਈ ਚੀਜ਼ ਅੰਦਰ ਪੱਕੀ ਹੋਈ ਹੈ ਉਹਨਾਂ ਉਸ ਨੂੰ ਢਾਉਣ ਅਤੇ ਬਦਲਣ ਦੇ ਉੱਤੇ ਸਖਤ ਘਾਲਣਾ ਅਤੇ ਮਿਹਨਤ ਵੀ ਕਰਨੀ ਪਏਗੀ। ਪਰ ਇੱਥੇ ਤਾਂ ਸਤਿਗੁਰੂ ਕਹਿ ਰਹੇ ਨੇ ਬਿਰਧ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਰਜਾਨਾ। ਹੇ ਮਨੁੱਖ ਤੂੰ ਕਿਹੜੀ ਭੈੜੀ ਮੱਤ ਵਿੱਚ ਉਲਝਿਆ ਹੋਇਆ ਹੈ। ਮਾਨਸ ਜਨਮ ਦਿਓ ਜੇ ਠਾਕੁਰ, ਜਿਸ ਮਾਲਕ ਨੇ ਤੈਨੂੰ ਇਹ ਮਨੁੱਖਾ ਜੀਵਨ, ਇਹ ਜਨਮ, ਇਹ ਦਾਤ ਜੀਵਨ ਦੀ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਆਖਦੇ ਸੋ ਤੈਂ ਕਿਉਂ ਵਿਸਰਾਇਓ। ਆਪਣੇ ਸਿਰਜਣਹਾਰ ਨੂੰ ਤੂੰ ਕਿਉਂ ਵਿਸਾਰ ਦਿੱਤਾ ਹੈ। ਸੰਸਾਰ ਦੀ ਕੋਈ ਦੌਲਤ ਕਮਾਉਣਾ ਹੈ, ਧਨ ਕਮਾਉਣਾ ਹੈ, ਪਦਵੀ ਕਮਾਉਣਾ ਹੈ, ਵਸਤੂ ਇਕੱਠੀ ਕਰਦਾ ਹੈ, ਉੱਥੇ ਤੂੰ ਇਹ ਮਾਣ ਕਰਦਾ ਹੈ ਕਿ ਇਹ ਮੇਰੀ ਕਮਾਈ ਹੈ। ਉੱਥੇ ਤੂੰ ਗਰੂਰ ਵੀ ਕਰਦਾ ਹੈ ਕਿ ਇਹ ਮੇਰਾ ਹੁਨਰ, ਮੇਰੀ ਕਲਾ ਕਰਕੇ ਹੈ, ਮੇਰੀ ਯੋਗਤਾ ਕਰਕੇ ਹੈ, ਮੇਰੇ ਸੰਘਰਸ਼ ਕਰਕੇ ਹੈ। ਪਰ ਗੁਰੂ ਸਾਹਿਬ ਆਖਦੇ ਨੇ ਸਭ ਤੋਂ ਪਹਿਲਾਂ ਤੈਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਵੀ ਇਹ ਮਨੁੱਖਾ ਜੀਵਨ ਤੈਨੂੰ ਬਖਸ਼ਿਸ਼ ਰੂਪ ਵਿੱਚ ਮਿਲਿਆ। ਹਜ਼ੂਰ ਆਖਦੇ ਨੇ ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖ ਨਾ ਤਾਕੋ ਗਾਇਓ। ਉਸ ਠਾਕੁਰ ਨੂੰ ਤੂੰ ਮਨੋਂ ਵਿਸਾਰ ਦਿੱਤਾ ਜਿਸ ਨੇ ਮਨੁੱਖਾ ਜੀਵਨ ਦਿੱਤਾ ਹੈ, ਅਤੇ ਜਿਸ ਨੂੰ ਸਿਮਰਨ ਦੇ ਨਾਲ, ਜਿਸ ਦਾ ਚਿੰਤਨ ਕਰਨ ਦੇ ਨਾਲ ਜੀਵ ਨੇ ਬਦੀ, ਵਿਕਾਰ, ਵਿਖਿਆਨ ਤੋਂ, ਵਿਕਾਰਾਂ ਤੋਂ ਮੁਕਤ ਹੋਣਾ ਸੀ। ਸਤਿਗੁਰੂ ਆਖਦੇ ਨੇ ਹੇ ਮਨੁੱਖ ਨਿਮਖ ਨਾ ਤਾਕੋ ਗਾਇਓ। ਅੱਖ ਝਮਕਣ ਜਿੰਨਾ, ਭਾਵ ਥੋੜ੍ਹਾ ਸੰਖੇਪ ਮਾਤਰ ਸਮਾਂ ਵੀ ਤੂੰ ਉਸ ਦੇ ਗੁਣਾਂ ਨਾਲ ਇੱਕ ਸੁਰ ਨਹੀਂ ਹੋਇਆ, ਉਸ ਦੀ ਯਾਦ ਵਿੱਚ ਨਹੀਂ ਜੁੜਿਆ। ਮਾਇਆ ਕੋ ਮਦ ਕਹਾ ਕਰਤ ਹੈ। ਮਦ ਸ਼ਬਦ ਦਾ ਭਾਵ ਹੈ ਮਦਹੋਸ਼ ਹੋਣਾ। ਜਿਵੇਂ ਕੋਈ ਨਸ਼ਾ ਕਰਨ ਵਾਲਾ ਨਸ਼ੇ ਵਿੱਚ ਚੂਰ ਹੋ ਜਾਂਦਾ ਹੈ, ਉਸ ਦੀ ਸੋਚਣ ਸ਼ਕਤੀ ਖੀਣ ਹੋ ਜਾਂਦੀ ਹੈ, ਅਤੇ ਉਹ ਇੱਕ ਇਸ ਢੰਗ ਨਾਲ ਰਿਐਕਟ ਕਰਦਾ ਹੈ, ਵਿਹਾਰ ਕਰਦਾ ਹੈ ਵੀ ਉਸ ਨੂੰ ਕੋਈ ਸੁੱਧ ਬੁੱਧ, ਕੋਈ ਸੋਚਣ ਸ਼ਕਤੀ ਉਸ ਦੇ ਅੰਦਰ ਕੰਮ ਨਹੀਂ ਕਰ ਰਹੀ ਹੁੰਦੀ। ਇਸ ਅਵਸਥਾ ਨੂੰ ਕਹਿੰਦੇ ਨੇ ਮਦ, ਚੂਰ ਹੋ ਜਾਣਾ, ਮਦਹੋਸ਼ੀ ਵਿੱਚ, ਨਸ਼ੇ ਵਿੱਚ। ਅਤੇ ਇੱਥੇ ਸਤਿਗੁਰੂ ਕਿਸ ਨਸ਼ੇ ਦੀ ਗੱਲ ਕਰ ਰਹੇ ਨੇ? ਮਾਇਆ ਕੋ ਮਦ, ਮਾਇਆ ਦਾ ਮਦ, ਮਾਇਆ ਦੀ ਮਦਹੋਸ਼ੀ, ਮਾਇਆ ਦਾ ਗਰੂਰ ਜਿਹੜਾ ਹੈ। ਸਤਿਗੁਰੂ ਆਖਦੇ ਨੇ ਕਾਹਾ ਕਰਤਾ, ਕਾਹਦਾ ਤੂੰ ਮਾਇਆ ਦਾ ਗਰੂਰ ਕਰਦਾ ਹੈ? ਸੰਗ ਨਾ ਕਾਹੂੰ ਜਾਈ। ਇਸ ਵਿੱਚੋਂ ਕੋਈ ਵੀ ਤੇਰੇ ਨਾਲ ਜਾਣ ਵਾਲਾ, ਨਾਲ ਨਿਭਣ ਵਾਲਾ ਮੁਕੰਮਲ ਇਸ ਸੰਸਾਰ ਵਿੱਚ ਕੋਈ ਨਹੀਂ। ਜਿਨ੍ਹਾਂ ਵਿਕਾਰਾਂ ਦੇ ਸਦਕੇ ਤੂੰ ਮਾੜੇ ਕਰਮ ਕਰਦਾ, ਇਹ ਵਿਕਾਰ ਵੀ ਤੇਰੇ ਜੀਵਨ ਨੂੰ ਸੁੱਖ ਦੇਣ ਵਾਲੇ ਨਹੀਂ।
ਜਿਹੜੇ ਪਦਾਰਥਾਂ ਦਾ ਗੁਰੂਰ ਕਰਦਾ ਹੈ, ਇਹ ਪਦਾਰਥ ਵੀ ਨਾਲ ਨਿਭਣ ਵਾਲੇ ਨੇ। ਪਹਿਲੇ ਲੋਕ ਉਹ ਵੀ ਇਸ ਧਰਤੀ 'ਤੇ ਸਭ ਕੁਝ ਛੱਡ ਗਏ ਅਤੇ ਆਪ ਵੀ ਨਾਸ਼ ਹੋ ਗਏ। ਅੱਜ ਇਹ ਸਾਡੇ ਕੋਲ ਹੈ, ਸਾਨੂੰ ਲੱਗਦਾ ਸਭ ਕੁਝ ਸਾਡਾ ਹੈ ਅਤੇ ਇਵੇਂ ਹੀ ਰਹੇਗਾ। ਇਵੇਂ ਕੁਝ ਨਹੀਂ ਰਹੇਗਾ। ਇਸੇ ਤਰ੍ਹਾਂ ਅਸੀਂ ਵੀ ਛੱਡ ਜਾਵਾਂਗੇ, ਪਦਾਰਥ ਵੀ ਔਰ ਆਪਣਾ ਜੀਵਨ ਵੀ ਇਸੇ ਤਰ੍ਹਾਂ ਸਾਨੂੰ ਤਿਆਗਣਾ ਪਏਗਾ। ਸੋ ਹਜ਼ੂਰ ਨੇ ਇਹ ਦ੍ਰਿੜ ਕਰਾਇਆ ਵੀ ਕੋਈ ਚੀਜ਼ ਵੀ ਜਗਤ ਵਿੱਚ ਥਿਰ ਅਤੇ ਟਿਕਾਊ ਨਹੀਂ ਹੈ, ਹਰ ਚੀਜ਼ ਚਲਾਏਮਾਨ ਹੈ। ਨਾਨਕ ਕਹਿਤ ਚੇਤ ਚਿੰਤਾ ਮਨ, ਸਤਿਗੁਰੂ ਆਖਦੇ ਨੇ ਚੇਤੇ ਵਿੱਚ ਰੱਖ, ਚੇਤਾ ਕਰ, ਧਿਆਨ ਵਿੱਚ ਰੱਖ, ਚਿੰਤਾ ਮਨ, ਜੋ ਚਿਤਵੇ ਹੋਏ ਅਨੁਸਾਰ ਫਲ ਦੇਣ ਵਾਲਾ ਹੈ। ਇਹ ਕੁਦਰਤ ਦਾ ਇੱਕ ਨਿਯਮ ਹੈ, ਕਾਦਰ ਪਰਮੇਸ਼ਰ ਦੀ ਸਿਰਜਣਾ ਦਾ। ਜਿਹੋ ਜਿਹਾ ਅਸੀਂ ਸਮਰਨ ਕਰਦੇ ਹਾਂ, ਉਹੋ ਜਿਹਾ ਸਾਡਾ ਕਰੈਕਟਰ, ਕਿਰਦਾਰ ਉਸਰਦਾ ਅਤੇ ਡਿਵੈਲਪ ਹੁੰਦਾ ਜਾਂਦਾ ਹੈ। ਜੈਸੀ ਮਨਸ਼ਾ ਤੈਸੀ ਦਸ਼ਾ। ਤੋ ਇਸ ਕਰਕੇ ਹਜ਼ੂਰ ਕਹਿੰਦੇ ਨੇ ਜੋ ਤੇਰੇ ਚਿਤਵੇ ਹੋਏ ਮੁਤਾਬਕ ਤੇਰੇ ਜੀਵਨ ਦੀ ਘਾੜਤ ਦਾ ਫਲ ਦੇਣ ਵਾਲਾ ਹੈ, ਐਸੇ ਮਾਲਕ ਦਾ ਸਦਾ ਚੇਤਾ ਕਰ। ਹੋਏ ਹੈ ਅੰਤ ਸਹਾਈ, ਓੜਕ ਨੂੰ ਹੇ ਭਾਈ, ਕੋਈ ਵਿਸ਼ਿਆਂ 'ਚ ਡਿੱਗਿਆ ਹੈ, ਕੋਈ ਬਦੀ, ਕੋਈ ਅਗਿਆਨਤਾ ਵਿੱਚ ਡਿੱਗਿਆ ਹੈ, ਕੋਈ ਬੇਸਮਝੀ ਦਾ ਸ਼ਿਕਾਰ ਹੈ। ਐਸੀ ਮਨੋ ਅਵਸਥਾ, ਐਸੇ ਜੀਵਨ ਅਵਸਥਾ ਵਿੱਚ ਇੱਕੋ ਹੀ ਚੀਜ਼ ਸਹਾਇਕ ਹੈ, ਪਰਮੇਸ਼ਰ ਦਾ ਚਿੰਤਨ, ਉਸ ਦੀ ਯਾਦ। ਸਾਹਿਬ ਕਿਰਪਾ ਕਰਨ, ਮਹਾਰਾਜ ਦਾ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।